अमुल गुण अमुल व्यापार, अमुल व्यापारिये अमुल भंडार। अमुल आवे अमुल लै जाहे, अमुल भाए अमुला समाहे। अमुल धर्म अमुल दीवान, अमुल तुल अमुल परवान। अमुलो अमुल आख्या न जाए, आख आख रहे लिव लाए। आखें वेद पाठ पुराण, आखें पढ़े करे वख्यान। आखें ब्रह्मे आखें इंद, आखें गोपी तै गोविंद। आखें ईश्वर आखें सिद्ध, आखें केते कीते बुद्ध। आखें दानव आखें देव, आखें सुर नर मुन जन सेव। केते आखे आखण पाहे, केते कह कह उठ उठ जाहे। एते कीते होर करे, तां आख ना सके केई के। जेवड़ भावै तेवड़ होए, नानक जाणै साचा सोए। जे को आखे बोल विगाड़, तां लिखिए सिर गवारा गवार। जे को आखे बोल विगाड़, ਤਾਂ ਲਿਖੀਐ ਸਿਰ ਗਵਾਰ ਗਵਾਰ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਗੁਰੂ ਦਾ ਹਰ ਇੱਕ ਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਅਰਦਾਸ ਬੇਨਤੀ ਕਰਦਾ ਹੈ ਕਿ ਮਾਲਕਾ ਕਿਰਪਾ ਕਰੀ, ਸਾਡਾ ਜਿਹੜਾ ਜੀਵਨ ਹੈ ਇਹ ਤੇਰੇ ਪਾਵਨ ਚਰਨਾਂ ਦੇ ਵਿੱਚ ਅਸੀਂ ਸਮਰਪਣ ਕਰ ਰਹੇ ਹਾਂ, ਅਤੇ ਅਸੀਂ ਆਪਣਾ ਜਿਹੜਾ ਜੀਵਨ ਹੈ ਉਹ ਸਾਰਾ ਤੇਰੇ ਪਾਵਨ ਚਰਨਾਂ ਦੇ ਮੁਤਾਬਕ ਬਤੀਤ ਕਰੀਏ। ਆਓ ਉਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਸਾਰੇ ਬੜੇ ਪਿਆਰ ਨਾਲ ਸਤਿਕਾਰ ਨਾਲ ਆਖਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਮੋਲਕ ਪਾਵਨ ਬਾਣੀ ਜਪਜੀ ਸਾਹਿਬ, ਜਿਹਦੀ ਸਾਡੇ ਕੋਲ ਅੱਜ 26 ਨੰਬਰ ਪੌੜੀ ਮੌਜੂਦ ਹੈ। ਇਸ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਬੇਅੰਤ ਰਤਨ ਨੇ, ਜਿਨ੍ਹਾਂ ਦੇ ਨਾਲ ਅਸੀਂ ਰੋਜ਼ਾਨਾ ਸੋਝੀ ਪਾ ਕੇ ਆਪਣੇ ਮਨ ਨੂੰ ਲਾ ਕੇ ਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਪਹਿਰਾ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਦਾਸ ਵੱਲੋਂ ਵੀ ਇਹ ਨਿਮਾਣਾ ਜਿਹਾ ਯਤਨ ਹੈ ਕਿ ਸਹੀ ਤਰ੍ਹਾਂ ਤੇ ਸੰਖੇਪ ਰੂਪ ਦੇ ਵਿੱਚ ਤੇ ਸਹੀ ਭਾਸ਼ਾ ਦੇ ਵਿੱਚ ਜਪਜੀ ਸਾਹਿਬ ਦੀ ਜਿਹੜੀ ਵਿਚਾਰ ਹੈ ਉਹ ਤੁਹਾਡੇ ਤੱਕ ਅੱਖਰ ਬਾਖਰ ਪਹੁੰਚਾਈ ਜਾਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਪੌੜੀ ਦੇ ਵਿੱਚ ਜਿਹੜੀ ਮਹਾਨ ਬਖਸ਼ਿਸ਼ ਕੀਤੀ ਹੈ ਉਹਦੇ ਨਾਲ ਆਓ ਜੀ ਸਾਂਝ ਪਾਈਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਅਮੁੱਲ ਗੁਣ ਅਮੁੱਲ ਵਪਾਰ। ਪਰਮਾਤਮਾ ਤਾਂ ਬੇਸ਼ਕੀਮਤੀ ਹੈ ਹੀ, ਕਿਉਂਕਿ ਰੱਬ ਨੂੰ ਖਰੀਦਿਆ ਨਹੀਂ ਜਾ ਸਕਦਾ। ਜਿਵੇਂ ਬਾਬਾ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ ਨਾ ਕਿ ਲੋਗਣ ਰਾਮ ਖਿਲਾਉਣਾ ਜਾਨਾ, ਕਿ ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਹੋਇਆ ਹੈ, ਪਰ ਅਸਲ ਦੇ ਵਿੱਚ ਪਰਮਾਤਮਾ ਬਹੁਤ ਬੇਸ਼ਕੀਮਤ ਹੈ। ਕਿਉਂਕਿ ਰੱਬ ਦਾ ਜਿਹੜਾ ਨਾਮ ਹੈ, ਉਹਦੀ ਜਿਹੜੀ ਵਡਿਆਈ ਹੈ, ਉਹਦੀ ਹੀ ਕੀਮਤ ਨਹੀਂ ਪਾਈ ਜਾ ਸਕਦੀ, ਤੇ ਪਰਮਾਤਮਾ ਨੂੰ ਕੋਈ ਕਿਵੇਂ ਖਰੀਦ ਸਕਦਾ ਹੈ। ਜਿਵੇਂ ਪਰਮਾਤਮਾ ਮਹਾਨ ਹੈ, ਬਹੁਤ ਮਹਾਨ ਹੈ, ਇਸੇ ਤਰ੍ਹਾਂ ਹੀ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਵੀ ਬਹੁਤ ਮਹਾਨ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ ਇਸ ਸੰਸਾਰ ਵਿੱਚ। ਇਹਦਾ ਸਿੱਧਾ ਮਤਲਬ ਹੈ ਅਮੁੱਲ ਗੁਣ, ਭਾਵ ਕਿ ਜਿਹੜਾ ਇਨਸਾਨ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਉਹਨੂੰ ਦੁਨੀਆ ਦੀ ਕੋਈ ਤਾਕਤ ਖਰੀਦ ਨਹੀਂ ਸਕਦੀ ਹੈ। ਰੱਬੀ ਗੁਣ ਜਦੋਂ ਉਸ ਇਨਸਾਨ ਦੇ ਘਰ ਕਰ ਜਾਂਦੇ ਨੇ ਅੰਦਰ, ਤੇ ਉਹ ਇਨਸਾਨ ਰੱਬ ਵਰਗਾ ਹੀ ਹੋ ਜਾਂਦਾ ਹੈ, ਰੱਬ ਵਰਗਾ ਹੀ ਪਾਕ ਪਵਿੱਤਰ ਤੇ ਉੱਚਾ ਹੋ ਜਾਂਦਾ ਹੈ। ਉਸ ਇਨਸਾਨ ਨੂੰ ਕੋਈ ਇਨਸਾਨ 4 ਟਕੇ ਸਾਹਮਣੇ ਸੁੱਟ ਕੇ ਤੇ ਖਰੀਦ ਨਹੀਂ ਸਕਦਾ ਹੈ। ਯਾਦ ਰੱਖਿਓ, ਖਰੀਦੇ ਉਹੀ ਜਾਂਦੇ ਨੇ, ਵਿਕਾਊ ਉਹੀ ਹੁੰਦੇ ਨੇ ਜਿਹੜੇ ਵਿਕਣ ਦੇ ਲਈ ਪਹਿਲਾਂ ਹੀ ਤਿਆਰ ਹੋਣ, ਪਰ ਜਿਨ੍ਹਾਂ ਨੇ ਆਪਣਾ ਜੀਵਨ ਸਤਿਗੁਰੂ ਦੇ ਪਾਵਨ ਚਰਨਾਂ ਲਈ ਅਰਪਣ ਕਰ ਦਿੱਤਾ ਹੋਵੇ ਉਹ ਕਦੇ ਵਿਕਾਊ ਨਹੀਂ ਜੀ ਹੁੰਦੇ। ਇੱਥੇ ਸਤਿਗੁਰੂ ਨੇ ਜਿਹੜੀ ਗੱਲ ਆਖੀ ਹੈ ਉਹਨੂੰ ਆਪਣੇ ਜੀਵਨ ਵਿੱਚ ਰੱਖ ਲਿਓ। ਜੇ ਜਪਜੀ ਸਾਹਿਬ ਦਾ ਰੋਜ਼ਾਨਾ ਪਾਠ ਕਰਦੇ ਹੋ ਤਾਂ ਵਿਕਿਓ ਨਾ ਆਪਣੀ ਮਾੜੀ ਸੋਚ ਤੇ, ਵਿਕਿਓ ਨਾ ਖੁਦਗਰਜੀ ਤੇ, ਵਿਕਿਓ ਨਾ ਛੋਟੇ ਛੋਟੇ ਲਾਲਚਾਂ ਤੇ, ਕਿਉਂਕਿ ਸਿੱਖ ਕਦੇ ਵੀ ਕਿਸੇ ਦਾ ਵਿਕਾਊ ਨਹੀਂ ਹੁੰਦਾ। ਸਿੱਖ ਜਪਜੀ ਸਾਹਿਬ ਨੂੰ ਆਪਣੀ ਮਾਂ ਸਮਝ ਕੇ ਜਿਹੜਾ ਚੱਲਦਾ ਹੈ, ਸਿੱਖ ਦੀ ਮਾਂ ਜਪਜੀ ਸਾਹਿਬ ਹੈ, ਯਾਦ ਰੱਖਿਓ। ਤੇ ਜਿਹੜਾ ਸਿੱਖ ਇਸ ਮਾਂ ਦੀ ਕੁੱਖ ਵਿੱਚੋਂ ਪੈਦਾ ਹੋ ਜਾਏ, ਉਹਦੇ ਜੀਵਨ ਦੇ ਵਿੱਚ ਗੁਰੂ ਨਾਨਕ ਹੀ ਗੁਰੂ ਨਾਨਕ ਹੋਵੇਗਾ।
ਤੇ ਜੇ ਅਸੀਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਵੀ ਵਿਕਾਊ ਹੋ ਗਏ, ਸਾਡੀ ਸੋਚ ਵਿਕਾਊ ਹੋ ਗਈ, ਸਾਡੀ ਜ਼ਮੀਰ, ਸਾਡੀ ਅਣਖ ਵਿਕਾਊ ਹੋ ਗਈ, ਤਾਂ ਫਿਰ ਤਾਂ ਖਤਮ ਹੈ ਕਹਾਣੀ। ਯਾਦ ਰੱਖਿਓ, ਤੁਸੀਂ ਆਪਣਾ ਇਤਿਹਾਸ ਪੜ੍ਹ ਕੇ ਦੇਖਿਓ ਚੰਗੀ ਤਰ੍ਹਾਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪਣਾ ਪੂਰਾ ਜੀਵਨ ਇਸੇ ਹੀ ਕੰਮ ਦੇ ਲੇਖੇ ਲਾਇਆ ਕਿ ਜੀਣਾ ਤੇ ਅਣਖ ਨਾਲ ਜੀਓ, ਮਰਨਾ ਤੇ ਸ਼ਾਨ ਨਾਲ ਮਰੋ। ਸਤਿਗੁਰੂ ਨੇ ਪਾਵਨ ਬਾਣੀ 'ਚ ਕਿਹਾ ਨਾ ਕਿ ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਜੇ ਵਿਕਾਰਾਂ ਦੇ ਹੱਥਿਓਂ ਜਿਉਂਦਿਆਂ ਜੀ ਆਪਣੀ ਇੱਜ਼ਤ ਰੋਜ਼ ਨਿਲਾਮ ਕਰਦੇ ਹੋ, ਤੇ ਐਸੇ ਜੀਵਨ ਨਾਲੋਂ ਜ਼ਰੂਰੀ ਹੈ ਮਰ ਜਾਓ। ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀ ਪੱਲੇ ਬੰਨ੍ਹ ਲਿਓ ਕਿ ਰੱਬ ਬੇਸ਼ਕੀਮਤੀ ਹੈ, ਉਹਦੇ ਗੁਣ ਅਮੁੱਲ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪੈ ਸਕਦਾ, ਉਹਨੂੰ ਅਮੁੱਲ ਕਹਿੰਦੇ ਨੇ। ਤੇ ਸਤਿਗੁਰੂ ਕਹਿੰਦੇ ਜਦੋਂ ਇਹ ਗੁਣ ਕਿਸੇ ਇਨਸਾਨ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਤੇ ਉਹ ਇਨਸਾਨ ਵੀ ਅਮੁੱਲ ਬਣ ਜਾਂਦਾ ਹੈ, ਭਾਵ ਬੇਸ਼ਕੀਮਤੀ ਹੋ ਜਾਂਦਾ ਹੈ। ਤੇ ਉਸ ਇਨਸਾਨ ਨੂੰ ਛੋਟਾ ਨਾ ਸਮਝਿਓ, ਉਹ ਬਹੁਤ ਮਹਾਨ ਹੋ ਜਾਂਦਾ ਹੈ। ਤੇ ਉਸ ਨੂੰ ਦੁਨੀਆ ਦੀ ਕੋਈ ਵੀ ਸ਼ਕਤੀ, ਕੋਈ ਤਾਕਤ, ਦੁਨੀਆ ਦਾ ਕੋਈ ਪੈਸਾ ਉਸ ਬੰਦੇ ਨੂੰ ਉਹਦੇ ਈਮਾਨ ਤੋਂ ਡੁਲਾ ਨਹੀਂ ਸਕਦਾ, ਉਸ ਇਨਸਾਨ ਨੂੰ ਕੋਈ ਖਰੀਦ ਨਹੀਂ ਸਕਦਾ ਹੈ। ਹੁਣ ਇਸ ਗੱਲ ਤੋਂ ਸਾਡਾ ਸਾਰਾ ਇਤਿਹਾਸ ਸਾਡੇ ਸਾਹਮਣੇ ਹੈ। ਨਾਲ ਮੈਂ ਦੱਸ ਦੇਵਾਂ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਸਾਡੀ ਕੌਮ 'ਚ ਹੋਏ ਨੇ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਤਾਂ ਦੇ ਦਿੱਤੀਆਂ, ਲੇਕਿਨ ਉਹ ਖਰੀਦੇ ਨਹੀਂ ਗਏ। ਸਤਿਗੁਰ ਕਹਿੰਦੇ ਅਮੁੱਲ ਵਪਾਰ। ਹੁਣ ਵੇਖੋ ਕਿੰਨੀ ਕਮਾਲ ਦੀ ਗੱਲ ਇੱਥੇ ਸਤਿਗੁਰੂ ਨੇ ਕਹੀ ਕਿ ਜੇ ਰੱਬ ਦੇ ਗੁਣ ਬੇਸ਼ਕੀਮਤੀ ਹੈ ਨਾ, ਤੇ ਉਹਨਾਂ ਦਾ ਵਪਾਰ ਕਰਨ ਵਾਲੇ, ਭਾਵ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਵਾਲੇ ਵੀ ਬੇਸ਼ਕੀਮਤੀ ਨੇ। ਜਿਹੜੀ ਕਿ ਸਾਂਝ ਪਾਈ ਮੈਂ ਤੁਹਾਡੇ ਨਾਲ, ਉਹ ਵੀ ਬਹੁਤ ਉੱਚੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਵੀ ਖਰੀਦਿਆ ਨਹੀਂ ਜਾ ਸਕਦਾ। ਜਿਵੇਂ ਸਤਿਗੁਰੂ ਕਹਿੰਦੇ ਅਮੁੱਲ ਵਪਾਰੀਏ ਅਮੁੱਲ ਭੰਡਾਰ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਦੇ ਭੰਡਾਰ ਜਿਹੜੇ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਰੱਬ ਦੇ ਗੁਣਾਂ ਦਾ ਵਪਾਰ ਕਰਨ ਵਾਲੇ ਵੀ ਇਨਸਾਨ ਜਿਹੜੇ ਨੇ ਮਾਮੂਲੀ ਨਹੀਂ ਹੁੰਦੇ ਨੇ। ਇਸ ਰਸਤੇ ਦੇ ਉੱਤੇ ਤੁਰਨ ਵਾਲੇ ਬਹੁਤ ਘੱਟ ਹੁੰਦੇ ਆ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਿ ਮੈਂ ਕੀ ਵੇਖਦਾ ਕਿ ਜਿਹੜੇ ਤਾਂ ਪਖੰਡੀ ਲੋਕ ਹੈ, ਪਖੰਡ ਕਰਨ ਵਾਲੇ ਲੋਕ ਆ, ਉਹਨਾਂ ਦੇ ਪਿੱਛੇ ਭੀੜਾਂ ਲੱਗੀਆਂ ਹੋਈਆਂ, ਅੱਜ ਵੀ ਹੈ ਤੇ ਪਹਿਲਾਂ ਵੀ ਇਹੀ ਕੰਮ ਸੀ ਸੰਸਾਰ ਦਾ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਿ ਜਿਹੇ ਮਾਰਗ ਪੰਡਤ ਗਏ, ਸਭ ਪਖੰਡੀ ਲੋਕ ਜਿਹੜੇ ਨੇ, ਪਾਸ਼ੈ ਪਰੀ ਬਹੀਰ, ਉਹਨਾਂ ਦੇ ਪਿੱਛੇ ਵੱਡੀਆਂ ਵੱਡੀਆਂ ਭੀੜਾਂ ਲੱਗੀਆਂ ਹੋਈਆਂ ਨੇ। ਇੱਕ ਅਵ ਘਟ ਘਾਟੀ ਰਾਮ ਕੀ ਸੋ ਚੜ ਰਹਿਓ ਕਬੀਰ। ਪਰ ਰੱਬ ਦੇ ਨਾਮ ਦੀ ਜਿਹੜੀ ਔਖੀ ਘਾਟੀ ਹੈ, ਉਹਦੇ ਤੇ ਇਕੱਲਾ ਹੀ ਮੈਂ ਤੁਰਿਆ ਜਾ ਰਿਹਾ, ਭਾਵ ਵਿਰਲੇ ਵਾਂਝੇ ਹੀ ਪਿੱਛੇ ਤੁਰਦੇ ਨੇ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਇਸ ਦੁਨੀਆ 'ਚ ਰੱਬ ਨੂੰ ਪਿਆਰ ਕਰਨ ਵਾਲੇ ਬਹੁਤੇ ਨਹੀਂ, ਜ਼ਿਆਦਾ ਤਾਂ ਖੁਦ ਗਰਜੀਆਂ ਦੇ ਮਾਰੇ ਹੋਏ ਨੇ। ਸੱਚੇ ਦਿਲ ਤੋਂ ਪਿਆਰ ਕਰਨ ਵਾਲੇ ਬਹੁਤ ਘੱਟ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਗੁਣਾਂ ਦੇ ਭੰਡਾਰ ਅਤੇ ਉਹਨਾਂ ਦਾ ਵਪਾਰ ਕਰਨ ਵਾਲੇ, ਭਾਵ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਲੇ ਬਹੁਤ ਬੇਸ਼ਕੀਮਤੀ ਹੁੰਦੇ ਨੇ, ਤੇ ਉਹਨਾਂ ਨੂੰ ਕੋਈ ਆਪਣੇ ਸਟੈਂਡ ਤੋਂ ਜਿਹੜਾ ਉਹ ਥਰਕਾ ਨਹੀਂ ਸਕਦਾ। ਅਮੁੱਲ ਆਵੇਂ ਅਮੁੱਲ ਲੈ ਜਾਹੇ। ਸਤਿਗੁਰੂ ਕਹਿੰਦੇ ਉਹਨਾਂ ਮਨੁੱਖਾਂ ਦਾ ਕੋਈ ਮੁੱਲ ਹੀ ਨਹੀਂ ਪੈ ਸਕਦਾ ਜਿਹੜੇ ਇਸ ਸੰਸਾਰ ਵਿੱਚ ਆਉਂਦੇ ਨੇ, ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦੇ ਨੇ। ਜਦੋਂ ਉਹ ਆਪਣੇ ਸੰਸਾਰ ਦੀ ਯਾਤਰਾ ਸਮਾਪਤ ਕਰਦੇ ਨੇ, ਜਿਉਂਦਿਆਂ ਜੀ ਵੀ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ, ਤੇ ਮਰਨ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਨਮਸਕਾਰਾਂ ਹੀ ਕਰਦੇ ਰਹਿੰਦੇ ਨੇ। ਕਿਉਂ ਭਲਾ? ਕਿਉਂਕਿ ਉਹਨਾਂ ਦਾ ਜੀਵਨ ਹੀ ਬਹੁਤ ਉੱਚਾ ਸੁੱਚਾ ਹੋ ਜਾਂਦਾ ਹੈ, ਉਹ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦੇ ਨੇ। ਅਮੁੱਲ ਭਾਏ ਅਮੁੱਲਾ ਸਮਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਇਨਸਾਨ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ, ਉਸ ਬੰਦੇ ਦਾ ਵੀ ਕੋਈ ਮੁੱਲ ਨਹੀਂ ਹੈ। ਤੇ ਜਿਹੜਾ ਇਨਸਾਨ ਉਹਦੇ ਪ੍ਰੇਮ ਦੇ ਵਿੱਚ ਭਿੱਜ ਕੇ ਕਹਿ ਦੇ ਕਿ ਮਾਲਕਾ ਅੱਜ ਤੋਂ ਬਾਅਦ ਮੇਰਾ ਜੀਵਨ ਤੇਰੇ ਲੇਖੇ, ਯਾਦ ਰੱਖਿਓ ਉਹਦਾ ਤਾਂ ਫਿਰ ਸਤਿਗੁਰ ਰਖਵਾਲਾ ਹੀ ਹੁੰਦਾ ਹੈ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਤੇ ਕਹਿੰਦੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇੜੇ। ਜਿਨ੍ਹਾਂ ਦੇ ਜੀਵਨ ਵਿੱਚ ਲਾਗ ਲੱਗ ਜਾਂਦੀ ਹੈ, ਇੰਨੇ ਉੱਚੇ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਇੰਨਾ ਪਾਕ ਪਵਿੱਤਰ ਹੋ ਜਾਂਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਜੋ ਕਹਿੰਦੇ ਨੇ, ਅਮੁੱਲ ਧਰਮ ਅਮੁੱਲ ਦੀ ਬਾਣ। ਹੁਣ ਜਦੋਂ ਗੁਣ ਜੀਵਨ ਦੇ ਵਿੱਚ ਚਲੇ ਗਏ ਤਾਂ ਇਨਸਾਨ ਨੂੰ ਹੁਣ ਪਤਾ ਲੱਗਾ ਕਿ ਪ੍ਰਮਾਤਮਾ ਦੀ ਬਣਾਈ ਹੋਈ ਇਸ ਕਾਇਨਾਤ ਨੂੰ ਮਾਮੂਲੀ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਰੱਬ ਦੀ ਬਣਾਈ ਹੋਈ ਕਾਇਨਾਤ ਹੀ ਰੱਬ ਦਾ ਦਰਬਾਰ ਹੈ।
ਤੇ ਰੱਬ ਦੇ ਨਿਯਮ ਨੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦੇ ਨਿਯਮ ਤੇ ਪਰਮਾਤਮਾ ਦਾ ਦਰਬਾਰ ਬਹੁਤ ਬੇਸ਼ਕੀਮਤੀ ਹੈ, ਯਾਦ ਰੱਖਿਓ, ਇਹ ਮਜ਼ਾਕ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਦੁਨੀਆ ਦੇ ਦਰਬਾਰ ਖਰੀਦੇ ਜਾ ਸਕਦੇ ਨੇ, ਰੱਬੀ ਦਰਬਾਰ ਨਹੀਂ। ਦੁਨੀਆ ਦੇ ਬਣਾਏ ਹੋਏ ਕਾਨੂੰਨ ਖਰੀਦੇ ਜਾ ਸਕਦੇ ਨੇ, ਰੱਬ ਦਾ ਕਾਨੂੰਨ ਨਹੀਂ। ਅੱਜ ਕਾਨੂੰਨ ਮਾੜੇ ਲਈ ਹੋਰ ਤੇ ਚੰਗੇ ਲਈ ਹੋਰ ਹੁੰਦਾ ਹੈ, ਯਾਦ ਰੱਖਿਓ। ਸਨ 1984 ਦੇ ਵਿੱਚ ਘਰ ਘਰ ਦੇ ਵਿੱਚੋਂ ਸਿੱਖ ਪਰਿਵਾਰਾਂ ਨੂੰ ਜਲੀਲ ਕੀਤਾ ਗਿਆ, ਸਿੱਖ ਨੌਜਵਾਨਾਂ ਨੂੰ ਲੱਭ ਲੱਭ ਕੇ ਮਾਰਿਆ ਗਿਆ, ਸ਼ਰੇਆਮ ਉਹਨਾਂ ਦੇ ਪੁਲਿਸ ਮੁਕਾਬਲੇ ਬਣਾ ਦਿੱਤੇ ਜਾਂਦੇ ਰਹੇ, ਸ਼ਰੇਆਮ ਥਾਣਿਆਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਬੇਇੱਜ਼ਤ ਕੀਤੀਆਂ ਜਾਂਦੀਆਂ ਰਹੀਆਂ, ਸ਼ਰੇਆਮ ਪਿਓ ਦੇ ਸਾਹਮਣੇ ਧੀ ਦੇ ਕੱਪੜੇ ਲਾਹ ਦਿੱਤੇ ਜਾਂਦੇ ਰਹੇ, ਸ਼ਰੇਆਮ ਜਿਹੜਾ ਸਿੱਖ ਬੀਬੀਆਂ ਸਨ ਉਹਨਾਂ ਦੀ ਪੱਤ ਦੇ ਨਾਲ ਖਿਲਵਾੜ ਹੁੰਦਾ ਰਿਹਾ, ਸ਼ਰੇਆਮ ਨੌਜਵਾਨਾਂ ਨੂੰ ਗਲੀਆਂ ਦੇ ਵਿੱਚ ਰੋਲਿਆ ਜਾਂਦਾ ਰਿਹਾ, ਉਹਨਾਂ ਦੀਆਂ ਦਸਤਾਰਾਂ ਨੂੰ, ਉਹਨਾਂ ਦੇ ਕੇਸਾਂ ਨੂੰ। ਯਾਦ ਰੱਖਿਓ, ਇਹ ਪਤਾ ਕੀ ਹੋਇਆ ਸੀ? ਉਦੋਂ ਕਾਨੂੰਨ ਵਿਕ ਗਿਆ ਸੀ, ਉਦੋਂ ਦੁਨੀਆ ਦੇ ਕਾਨੂੰਨ ਵਿਕ ਗਏ ਸੀ, ਭਾਰਤ ਦਾ ਕਾਨੂੰਨ ਵਿਕਾਊ ਹੋ ਗਿਆ ਸੀ। ਇਸੇ ਵਜ੍ਹਾ ਕਰਕੇ ਸਿੱਖ ਦੀ ਜਿਹੜੀ ਪੱਗ ਸੀ ਗਲੀਆਂ 'ਚ ਰੋਲਣ ਦੀ ਕੋਸ਼ਿਸ਼ ਕੀਤੀ ਗਈ। ਇਹ ਦੁਨੀਆ ਦੇ ਕਾਨੂੰਨ ਨੇ, ਇਹਨਾਂ ਨੂੰ ਖਰੀਦਿਆ ਵੀ ਜਾ ਸਕਦਾ ਹੈ, ਇਹ ਵਿਕਾਊ ਨੇ। ਪਰ ਯਾਦ ਰੱਖਿਓ ਰੱਬ ਦਾ ਕਾਨੂੰਨ ਵਿਕਾਊ ਨਹੀਂ। ਤਾਂ ਹੀ ਸਤਿਗੁਰੂ ਨੇ ਪਾਣ ਬਾਣੀ ਵਿੱਚ ਆਖਿਆ ਨਾ ਇੱਕ ਜਗ੍ਹਾ ਤੇ, ਕਹਿੰਦੇ ਨੇ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਰੇ। ਇਹ ਰੱਬ ਦਾ ਕਾਨੂੰਨ ਹੈ, ਯਾਦ ਰੱਖਿਓ। ਉਹ ਕਦੇ ਚੇਂਜ ਨਹੀਂ ਹੁੰਦਾ, ਉਹ ਕਦੇ ਨਹੀਂ ਬਦਲਦਾ। ਉਹ ਗਰੀਬ ਲਈ ਵੀ ਵੈਸਾ, ਅਮੀਰ ਲਈ ਵੀ ਵੈਸਾ, ਉਹ ਚੰਗੇ ਲਈ ਵੀ ਵੈਸਾ, ਮਾੜੇ ਲਈ ਵੀ ਵੈਸਾ। ਉਹ ਕਦੇ ਬਦਲਦਾ ਨਹੀਂ। ਜਦੋਂ ਬਦਲਦਾ ਹੈ ਬੰਦਾ ਬਦਲਦਾ ਹੈ, ਬੰਦੇ ਦੇ ਬਦਲਣ ਦਾ ਕੋਈ ਸਮਾਂ ਨਹੀਂ ਜੇ। ਅੱਜ ਬੰਦਾ ਕੁਝ ਹੋਰ, ਕੱਲ ਨੂੰ ਬੰਦਾ ਕੁਝ ਹੋਰ ਹੋਣਾ। ਕਿੰਨੇ ਸਾਲ ਗੰਗੂ ਬ੍ਰਾਹਮਣ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਨਮਕ ਖਾਧਾ, ਪਰ 4 ਚਾਂਦੀ ਦੀਆਂ ਛਿਲੜਾਂ ਵੇਖ ਕੇ ਬੰਦਾ ਬਦਲ ਗਿਆ। ਤੇ ਯਾਦ ਰੱਖਿਓ ਕੀ ਘਿਨਾਉਣੀ ਕਰਤੂਤ ਕਰਕੇ ਗਿਆ ਕਿ ਉਸ ਬੰਦੇ ਦੀ ਵਜ੍ਹਾ ਦੇ ਨਾਲ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬੰਦੇ ਦੇ ਬਦਲ ਦਾ ਪਤਾ ਲੱਗਦਾ ਹੈ। ਈਮਾਨ ਡੋਲ ਜਾਂਦੇ ਨੇ, ਈਮਾਨ ਬੰਦਾ ਗਵਾ ਲੈਂਦਾ ਹੈ ਕੇਵਲ ਚੰਦ ਪੈਸਿਆਂ ਦੀ ਖਾਤਰ। ਪਰ ਰੱਬੀ ਕਾਨੂੰਨ ਤੇ ਰੱਬ ਦਾ ਦਰਬਾਰ ਵਿਕਾਊ ਨਹੀਂ। ਆ ਦੁਨੀਆ ਦੇ ਦਰਬਾਰ ਵਿਕਾਊ ਨੇ, ਵਿਕਾਊ ਰਹਿਣਗੇ ਇੱਥੇ, ਕਿਉਂਕਿ ਇੱਥੇ ਸਭ ਵਿਕਾਊ ਬਿਠੇ ਹੋਏ ਨੇ, ਵਿਕਣ ਵਾਲੇ ਬੈਠੇ ਨੇ। ਅੱਜ ਜ਼ਬਾਨਾਂ ਹੋਰ ਨੇ, ਕੱਲ ਨੂੰ ਹੋਰ ਹੋਣਗੀਆਂ। ਪਰ ਰੱਬ ਦਾ ਬੰਦਾ ਕਦੇ ਨਹੀਂ ਬਦਲਦਾ, ਤੇ ਨਾ ਰੱਬ ਦੇ ਕਾਨੂੰਨ ਤੇ ਨਾ ਰੱਬ ਦਾ ਦਰਬਾਰ ਕਦੇ ਆਪਣਾ ਨਿਯਮ ਚੇਂਜ ਕਰਦਾ ਹੈ। ਅਮੁੱਲ ਤੁੱਲ ਅਮੁੱਲ ਪ੍ਰਵਾਨ। ਸਤਿਗੁਰੂ ਕਹਿੰਦੇ ਵਾਹਿਗੁਰੂ ਧੰਨ ਹੈ ਤੇਰੀ ਉਹ ਤਕੜੀ ਤੇ ਧੰਨ ਹੈ ਉਹ ਵੱਟੇ ਜਿਨ੍ਹਾਂ ਦੇ ਨਾਲ ਤੂੰ ਬੰਦੇ ਦੇ ਗੁਣ ਔਗਣ ਤੋਲਦਾ, ਲੇਖਾ ਜੋਖਾ ਕਰਦਾ ਹੈ। ਭਾਵ ਤੇਰੀ ਤਕੜੀ ਨੂੰ ਵੀ ਨਮਸਕਾਰ, ਤੇਰੇ ਵੱਟਿਆਂ ਨੂੰ ਵੀ ਨਮਸਕਾਰ। ਉਹ ਵੀ ਬਹੁਤ ਬੇਸ਼ਕੀਮਤੀ ਨੇ ਜਿਨ੍ਹਾਂ ਦੇ ਨਾਲ ਤੂੰ ਬੰਦੇ ਦੇ ਗੁਣ ਔਗਣ ਤੋਲਦਾ ਹੈ, ਤੂੰ ਹਿਸਾਬ ਰੱਖਦਾ ਹੈ। ਭਾਵ ਕਿ ਪਰਮਾਤਮਾ ਦਾ ਨਿਯਮ ਜਿਹੜਾ ਹੈ, ਰੱਬ ਦਾ ਜਿਹੜਾ ਸੁਭਾਅ ਹੈ, ਰੱਬ ਦੇ ਜਿਹੜੇ ਕਾਨੂੰਨ ਨੇ ਉਹ ਵੀ ਬੇਸ਼ਕੀਮਤ ਨੇ। ਜਿਹੜੇ ਬੰਦੇ ਦੇ ਜਿਹੜੇ ਮਾੜੇ ਚੰਗੇ ਕੰਮ ਨੇ ਨਾ, ਉਹਨਾਂ ਉੱਤੇ ਨਿਗਾਹ ਰੱਖਦੇ ਨੇ। ਸਤਿਗੁਰੂ ਕਹਿੰਦੇ ਮੇਰੀ ਨਮਸਕਾਰ ਹੈ। ਅਮੁੱਲ ਕਰਮ ਅਮੁੱਲ ਫੁਰਮਾਨ, ਤੇਰਾ ਹੁਕਮ ਤੇਰੀ ਬਖਸ਼ਿਸ਼ ਤੇਰੀ ਰਹਿਮਤ। ਹੇ ਮੇਰੇ ਮਾਲਕ ਸੱਚਿਆ ਪਾਤਸ਼ਾਹ, ਕੋਈ ਕੀਮਤ ਨਹੀਂ ਹੈ ਉਹਨਾਂ ਦੀ। ਕੋਈ ਬੰਦਾ ਤੇਰੀ ਰਹਿਮਤ ਨੂੰ ਖਰੀਦ ਨਹੀਂ ਸਕਦਾ, ਕਿਉਂਕਿ ਤੇਰੀ ਰਹਿਮਤ ਪੈਸਿਆਂ ਨਾਲ ਨਹੀਂ ਮਿਲਦੀ। ਯਾਦ ਰੱਖਿਓ, ਕਿਸੇ ਗਰੀਬ ਦਾ ਢਿੱਡ ਧੋ ਕੇ 1000 ਰੁਪਈਆ ਗੋਲਕ ਵਿੱਚ ਪਾ ਕੇ ਜਾਂ ਮੰਦਰ ਭੇਟਾ ਕਰਕੇ ਜਾਂ ਮਸਜਿਦ ਜਾਂ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਚੜਾ ਕੇ ਕਿਸੇ ਪਰਮਾਤਮਾ ਦੀ, ਕਿਸੇ ਵਾਹਿਗੁਰੂ ਦੀ, ਜਿਹੜੇ ਕਿ ਆਪੋ ਆਪਣੇ ਬੰਦੇ ਨੇ ਬਣਾਏ ਨੇ, ਉਹਨਾਂ ਦੀ ਖੁਸ਼ੀ ਤੁਸੀਂ ਨਹੀਂ ਲੈ ਸਕਦੇ। ਯਾਦ ਰੱਖਿਓ, ਰਹਿਮਤ ਪਰਮਾਤਮਾ ਦੀ ਤਾਂ ਮਿਲਦੀ ਪਤਾ ਕਦੋਂ ਹੈ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਜਦੋਂ ਅਸੀਂ ਨਿਵਦੇ ਹਾਂ। ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਜਦੋਂ ਨਿਵਦੇ ਹੋ, ਭਾਵ ਜਦੋਂ ਤੁਹਾਡੇ ਅੰਦਰੋਂ ਬਾਹਰੋਂ ਇੱਕ ਜੈਸਾ ਜੀਵਨ ਹੋ ਜਾਂਦਾ, ਫਿਰ ਮਾਲਕ ਕਿਰਪਾ ਕਰਦਾ, ਆਪਣੀ ਰਹਿਮਤ ਕਰਦਾ ਹੈ। ਉਹਦੀ ਕਿਰਪਾ ਨੂੰ ਖਰੀਦਿਆ ਨਹੀਂ ਜਾ ਸਕਦਾ। ਉਹਦੀ ਰਹਿਮਤ ਵਿਕਾਊ ਨਹੀਂ ਹੈ, ਯਾਦ ਰੱਖਿਓ। ਤੇ ਨਾ ਰੱਬ ਦਾ ਹੁਕਮ ਵਿਕਾਊ ਹੈ। ਰੱਬ ਦੇ ਹੁਕਮ ਉੱਤੇ ਕੇਵਲ ਰੱਬ ਦਾ ਅਖਤਿਆਰ ਹੈ, ਬੰਦੇ ਦਾ ਨਹੀਂ ਹੈ। ਅਸੀਂ ਰੱਬ ਦੇ ਹੁਕਮ ਵਿੱਚ ਤੁਰਨਾ ਹੈ, ਰੱਬ ਸਾਡੇ ਹੁਕਮ ਵਿੱਚ ਨਹੀਂ ਤੁਰੇਗਾ। ਇਹ ਵੀ ਯਾਦ ਰੱਖਿਓ। ਸਤਿਗੁਰ ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਤੂੰ ਇੰਨਾ ਕੁ ਬੇਸ਼ਕੀਮਤੀ ਹੈ ਕਿ ਕੋਈ ਤੇਰੇ ਇਸ ਬਣਾਏ ਹੋਏ ਸੰਸਾਰ ਰੂਪ ਨਿਯਮ ਨੂੰ, ਤੇਰੇ ਗੁਣਾਂ ਨੂੰ,
ਤੇ ਤੇਰੀ ਵਿਚਾਰ ਨੂੰ ਜਾਂ ਤੈਨੂੰ ਮਾਲਕ ਜੀ ਤੋਲ ਮੇਲ ਨਹੀਂ ਸਕਦਾ, ਅੰਦਾਜ਼ਾ ਨਹੀਂ ਲਗਾ ਸਕਦਾ ਤੂੰ ਕਿੰਨਾ ਮਹਾਨ ਹੈ। ਜਿੰਨਾ ਜਿੰਨਾ ਆਪਾਂ ਕਹੀ ਜਾਂਦੇ ਤੂੰ ਮਹਾਨ ਹੈ, ਓਨਾ ਹੀ ਮਹਾਨ ਹੁੰਨਾ ਜਾਣਾ ਹੈ। ਆਖ ਆਖ ਰਹੇ ਲਿਵਲਾਏ, ਇਸ ਕਾਇਨਾਤ ਵਿੱਚ ਬਹੁਤ ਸਾਰੇ ਲੋਕ ਨੇ, ਧਾਰਮਿਕ ਜਾਂ ਹੋਰ ਲੋਕ, ਜਿਹੜੇ ਆਪਣੀਆਂ ਸੁਰਤੀਆਂ ਬਿਰਤੀਆਂ ਤੇ ਆਪਣਾ ਦਿਮਾਗ ਲਾ ਲਾ ਕੇ ਥੱਕ ਗਏ। ਪਰ ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ, ਰੱਬ ਜੀ ਤੁਸੀਂ ਅੱਜ ਵੀ ਅਮੁੱਲਕ ਹੋ, ਕੱਲ ਵੀ ਅਮੁੱਲਕ ਰਹੋਗੇ। ਆਖੇ ਵੇਦ ਪਾਠ ਪੁਰਾਣ, ਪੁਰਾਣਾ ਵੇਦ ਤੇ ਇਹਨਾਂ ਦੇ ਪਾਠ ਕਰਨ ਵਾਲੇ ਪਾਠੀ, ਬੜੇ ਪਾਠ ਕੀਤੇ ਉਹਨਾਂ ਨੇ ਵੇਦਾਂ ਦੇ, ਪੁਰਾਣਾਂ ਦੇ, ਕੁਰਾਨਾਂ ਦੇ, ਪਰ ਕੋਈ ਵੀ ਹੈ ਮੇਰੇ ਮਾਲਕ ਸੱਚੇ ਪਾਤਸ਼ਾਹ ਤੇਰਾ ਅੰਤ ਨਹੀਂ ਪਾ ਸਕਿਆ। ਇਹ ਸਭ ਕੁਛ ਥੱਲੇ ਹੈ, ਤੂੰ ਸਭ ਤੋਂ ਮਹਾਨ ਦਾਤਾ ਹੈ। ਸਤਿਗੁਰੂ ਅੱਗੇ ਕੀ ਕਹਿੰਦੇ ਨੇ, ਆਖੇ ਪੜ੍ਹੇ ਕਰੇ ਵਖਿਆਣ, ਪੜ੍ਹ ਪੜ੍ਹ ਕੇ ਬੜੇ ਵਖਿਆਣ ਹੋਏ ਤੇਰੇ ਬਾਰੇ, ਬੜੇ ਅੰਦਾਜ਼ੇ ਲਗਾਏ ਤੇਰੇ ਬਾਰੇ। ਪਰ ਮਾਲਕ ਤੂੰ ਬਹੁਤ ਬੇਅੰਤ ਹੈ। ਵੇਖੋ ਇੱਥੇ ਗੱਲ ਕਿਤੇ ਢੁਕਦੀ ਕਿ ਵੇਦਾਂ ਦੀ ਕਥਾ ਬੜੀ ਹੋਈ, ਪੁਰਾਣਾਂ ਦੀ ਬੜੀ ਕਥਾ ਹੋਈ, ਬੜੇ ਸਵਰਗ ਨਰਕ ਗਿਣਾ ਦਿੱਤੇ ਗਏ, ਬੜੇ ਚਿੱਤਰ ਗੁਪਤ, ਬਹੁਤ ਧਰਮਰਾਜ ਪੈਦਾ ਕਰ ਦਿੱਤੇ ਗਏ, ਬਹੁਤ ਕਰਮਾਂ ਸੁਕਰਮਾਂ ਦਾ ਲੇਖਾ ਜੋਖਾ ਕਰ ਦਿੱਤਾ ਗਿਆ, ਬਹੁਤ ਨਰਕਾਂ ਸਵਰਗਾਂ ਦੀਆਂ ਗੱਲਾਂ ਹੋਈਆਂ, ਬਹੁਤ ਦੇਵੀ ਦੇਵਤੇ ਬਣਾ ਲਏ ਗਏ, ਪਰਮਾਤਮਾ ਤੇਰਾ ਸਰੂਪ ਹੀ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੇਰੇ ਮਾਲਕ ਤੂੰ ਮਹਾਨ ਸੀ ਤੇ ਮਹਾਨ ਰਹੇਗਾ। ਇਹਨਾਂ ਲੋਕਾਂ ਨੇ ਰੱਜ ਕੇ ਝੂਠ ਬੋਲਿਆ, ਪਰ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ। ਆਖੇ ਬ੍ਰਹਮੇ ਆਖੇ ਇੰਦ, ਉਹਨਾਂ ਨੇ ਤਾਂ ਇੱਕ ਬ੍ਰਹਮਾ ਤੇ ਇੱਕ ਇੰਦਰ ਦੀ ਗੱਲ ਕੀਤੀ ਹੈ ਨਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਕਾਇਨਾਤ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਮੇ ਨੇ, ਕਿੰਨੇ ਕੁ ਇੰਦਰ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਰੋਜ਼ ਤੇਰੇ ਚਰਨਾਂ 'ਚ ਝੁਕਦੇ ਐ। ਆਖੇ ਗੋਪੀ ਤੈ ਗੋਵਿੰਦ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਇੱਕ ਕ੍ਰਿਸ਼ਨ ਨੂੰ ਮੰਨਦੇ ਨੇ, ਤੇ ਮੈਂ ਕਹਿੰਦਾ ਪਤਾ ਨਹੀਂ ਕਿੰਨੀਆਂ ਕੁ ਗੋਪੀਆਂ ਤੇ ਕਿੰਨੇ ਕੁ ਕ੍ਰਿਸ਼ਨ ਵਾਹਿਗੁਰੂ ਤੇਰੀ ਇਸ ਕਾਇਨਾਤ ਵਿੱਚ ਨੇ, ਜਿਹੜੇ ਤੇਰਾ ਹੀ ਨਾਮ ਜਪਦੇ ਨੇ, ਖੁਦ ਨੂੰ ਰੱਬ ਜਾਂ ਭਗਵਾਨ ਨਹੀਂ ਅਖਵਾਉਂਦੇ। ਆਖੇ ਈਸ਼ਰ ਆਖੇ ਸਿੱਧ, ਪਤਾ ਨਹੀਂ ਕਿੰਨੇ ਕੁ ਸ਼ਿਵ ਨੇ, ਜਿਹੜੇ ਸਮਾਧੀਆਂ ਲਗਾ ਲਗਾ ਕੇ ਤੇਰਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਤੇਰੀ ਮਹਾਨਤਾ ਦਾ ਅੰਤ ਨਹੀਂ ਪਾ ਸਕੇ। ਪਤਾ ਨਹੀਂ ਕਿੰਨੇ ਕੁ ਸਿੱਧ ਨੇ, ਕਿੰਨੇ ਕੁ ਜੋਗੀ ਨੇ ਤੇਰੀ ਕਾਇਨਾਤ ਵਿੱਚ, ਜਿਹੜੇ ਤੇਰੀ ਸੋਚ ਤੱਕ ਨਹੀਂ ਪਹੁੰਚ ਸਕੇ। ਆਖੇ ਕੇਤੇ ਕੀਤੇ ਬੁੱਧ, ਮਹਾਤਮਾ ਬੁੱਧ ਤਾਂ ਇੱਕ ਹੈ ਨਾ। ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੇ ਕੁ ਬੁੱਧੀਵਾਨ, ਭਾਵ ਕਿੰਨੇ ਕੁ ਬੁੱਧ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਪੈਦਾ ਕੀਤੇ ਨੇ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਅੱਗੇ ਸਤਿਗੁਰੂ ਕਹਿੰਦੇ ਆਖੇ ਦਾਨਵ ਆਖੇ ਦੇਵ, ਇੱਥੇ ਦੇਵ ਤੇ ਦਾਨਵ ਪੰਡਤਾਂ ਵਾਲੇ ਬਾਹਮਣਾਂ ਵਾਲੇ ਨਹੀਂ, ਭਾਵ ਪਤਾ ਨਹੀਂ ਕਿੰਨੇ ਕੁ ਚੰਗੇ ਤੇ ਕਿੰਨੇ ਕੁ ਮਾੜੇ ਲੋਕ ਨੇ ਇਸ ਕਾਇਨਾਤ ਵਿੱਚ। ਪਰ ਮੇਰੇ ਮਾਲਕ ਜਦੋਂ ਦੁੱਖ ਆਉਂਦਾ ਨਾ, ਸਾਰੇ ਤੈਨੂੰ ਹੀ ਯਾਦ ਕਰਦੇ ਨੇ। ਆਖੇ ਸੁਰ ਨਰ ਮੁਨ ਜਨ ਸੇਵ, ਕਹੇ ਜਾਣ ਵਾਲੇ ਦੇਵਤੇ, ਕਹੇ ਜਾਣ ਵਾਲੇ ਰਾਖਸ਼, ਕਹੇ ਜਾਣ ਵਾਲੇ ਮੁਨੀ, ਕਹੇ ਜਾਣ ਵਾਲੇ ਲੋਕ, ਕਹੇ ਜਾਣ ਵਾਲੇ ਸੇਵਕ, ਸਤਿਗੁਰੂ ਜੀ ਕਹਿੰਦੇ ਸਾਰੇ ਤੇਰੇ ਹੁਕਮ ਦੇ ਅੰਦਰ ਕੰਮ ਕਰਦੇ ਨੇ। ਅਸੀਂ ਉਹਨਾਂ ਦੇ ਸਾਹਮਣੇ ਨਹੀਂ ਝੁਕਣਾ, ਉਹ ਤੇਰੇ ਸਾਹਮਣੇ ਝੁਕਦੇ ਨੇ। ਤੇ ਮਾਲਕਾ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਤੂੰ ਐਸੇ ਆਪਣੀ ਕਾਇਨਾਤ ਵਿੱਚ ਪੈਦਾ ਕੀਤੇ ਨੇ। ਅੱਗੇ ਸਤਿਗੁਰੂ ਕਹਿੰਦੇ ਕੇਤੇ ਆਖੇ ਆਖਣ ਪਾਹੇ, ਪਤਾ ਨਹੀਂ ਕਿੰਨੇ ਐ ਜਿਹੜੇ ਤੇਰੇ ਗੁਣਾਂ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਤੇ ਕਿੰਨੇ ਐ ਜਿਹੜੇ ਕਹਿ ਕਹਿ ਕੇ ਚਲੇ ਗਏ, ਕੇਤੇ ਕਹਿ ਕੇ ਉੱਠ ਜਾਏ ਮਰ ਖੱਪ ਗਏ। ਪਰ ਮੇਰੇ ਮਾਲਕ ਤੂੰ ਅਮੁੱਲ ਸੀ, ਅਮੁੱਲ ਹੈ, ਅਮੁੱਲ ਰਹੇਗਾ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਹੇ, ਜੇ ਇੰਨੇ ਪੈਦਾ ਕੀਤੇ ਨੇ ਤੇ ਇੰਨੇ ਹੋਰ ਵੀ ਪੈਦਾ ਕਰਦੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਗਾ ਸਕਦਾ, ਭਾਵ ਤੇਰੇ ਨਾਮ ਤੇ ਝੂਠ ਤਾਂ ਬੋਲਿਆ ਜਾ ਸਕਦਾ ਹੈ, ਪਰ ਕੋਈ ਇਨਸਾਨ ਸਹੀ ਮਾਇਨੇ 'ਚ ਤੇਰੀ ਅਸਲੀਅਤ ਨੂੰ ਜਾਣ ਨਹੀਂ ਸਕਦਾ। ਤੂੰ ਇੰਨਾ ਮਹਾਨ ਹੈ। ਜੇਵੜ ਭਾਵੈ ਤੇਵੜ ਹੋਏ, ਸਾਰੀ ਗੱਲ ਦਾ ਨਿਚੋੜ ਇਸ ਸੰਸਾਰ 'ਚ ਹੁੰਦਾ ਹੋਈ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਕੋਈ ਸ਼ਿਵ, ਕੋਈ ਬ੍ਰਹਮਾ, ਕੋਈ ਕ੍ਰਿਸ਼ਨ, ਕੋਈ ਹੋਰ ਦੇਵੀ ਦੇਵਤਾ, ਕੋਈ ਕੁਛ ਨਹੀਂ ਕਰ ਸਕਦਾ। ਇਸ ਕਾਇਨਾਤ ਦੀ ਡੋਰ ਤੇਰੇ ਹੱਥ ਵਿੱਚ ਹੈ ਸੱਚਿਆ ਪਾਤਸ਼ਾਹ, ਜਿੱਦਾਂ ਖਿੱਚੇਗਾ ਉਦਾਂ ਹੀ ਚੱਲਣਾ ਪੈਣਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈਂ ਜਾਓ। ਜਿਹਦੇ ਹੱਥ ਦੇ ਵਿੱਚ ਡੋਰ ਹੈ ਉਹੀ ਮਾਲਕ ਹੈ। ਦੁਨੀਆ ਦਾ ਮਾਲਕ ਇੱਕੋ ਹੀ ਤੂੰ ਹੈ, ਹੋਰ ਕੋਈ ਭਗਵਾਨ ਨਹੀਂ ਹੋ ਸਕਦਾ। ਨਾਨਕ ਜਾਣੈ ਸਾਚਾ ਸੋਏ, ਤੂੰ ਹੀ ਹੈ ਸੱਚਾ ਮਾਲਕਾ ਜਿਹੜਾ ਸਭਨਾਂ ਦੇ ਦਿਲ ਦੀਆਂ ਜਾਣਦਾ ਹੈ। ਤੇ ਇਸ ਕਾਇਨਾਤ ਵਿੱਚ ਤੂੰ ਹੀ ਸੱਚਾ ਹੈ, ਬਾਕੀ ਸਾਰੇ ਜੰਮਣ ਮਰਨ ਵਾਲੇ ਨੇ, ਝੂਠ ਹੈ, ਸੱਚਾ ਕੇਵਲ ਤੂੰ ਹੈ। ਜੇ ਕੋ ਆਖੈ ਬੋਲ ਵਿਗਾੜ, ਪਰ ਜੇਕਰ ਕੋਈ ਬੋਲ ਵਿਗਾੜ ਪਾਓ, ਮੂਰਖ ਇਨਸਾਨ
ਜੇਕਰ ਕੋਈ ਬੜਬੋਲਾ ਬੰਦਾ ਤੇਰੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇ ਜਾਂ ਕਹੇ ਕਿ ਰੱਬ ਤੋਂ ਵੀ ਵੱਡਾ ਕੋਈ ਹੈ ਇਸ ਕਾਇਨਾਤ ਵਿੱਚ, ਜਾਂ ਕੋਈ ਇਨਸਾਨ ਤੇਰਾ ਪਾਰਾਵਾਰ ਪਾਉਣ ਦੀ ਕੋਸ਼ਿਸ਼ ਕਰੇ, ਤੇ ਸਤਿਗੁਰ ਕਹਿੰਦੇ ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਉਸ ਬੰਦੇ ਨੂੰ ਮੈਂ ਲਿਖਾਂਗਾ, ਕਵਾਂਗਾ ਕਿ ਉਹ ਮੂਰਖਾਂ ਦਾ ਮੂਰਖ ਹੈ। ਉਹ ਮੂਰਖ ਹੀ ਮੰਨਿਆ ਜਾਏਗਾ। ਰੱਬ ਵਰਗਾ ਨਹੀਂ ਕੋਈ ਵੀ। ਰੱਬ ਰੱਬ ਹੈ, ਪਰਮਾਤਮਾ ਭਗਵਾਨ ਇੱਕੋ ਹੀ ਹੈ। ਆਓ ਅਸੀਂ ਉਹਦੇ ਪਾਵਨ ਚਰਨਾਂ ਨਾਲ ਜੁੜੀਏ। ਐਵੇਂ ਅਸੀਂ ਦਰ ਦਰ ਤੇ ਧੱਕੇ ਨਾ ਖਾਈਏ, ਦਰ ਦਰ ਤੇ ਮੱਥੇ ਨਾ ਟੇਕੀਏ, ਦਰ ਦਰ ਤੇ ਨਾ ਭਟਕੀਏ। ਉਸ ਪਰਮਾਤਮਾ ਦੇ ਚਰਨਾਂ 'ਚ ਬਿਰਤੀ ਲਾਈਏ ਜਿਹਦਾ ਤਰੀਕਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਦਿੱਤਾ ਹੈ। ਤੇ ਆਓ ਉਹਨੂੰ ਸਮਝੀਏ, ਵਿਚਾਰੀਏ ਤੇ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਦੇ ਬਚਨਾਂ ਮੁਤਾਬਕ ਢਾਲਣ ਦਾ ਯਤਨ ਕਰੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।